ਹੈਲੋ ਫਰੈਂਡਸ, ਵੈਲਕਮ ਟੂ ਯਰ YouTube ਚੈਨਲ ਇੰਗਲਿਸ਼ ਫੈਮਿਲੀ 87। ਸੋ ਆਪਣੀ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕੈਂਬਰਿਜ ਇੰਗਲਿਸ਼ ਗ੍ਰਾਮਰ ਇਨ ਯੂਜ਼ ਬਾय ਰੈਮੰਡ ਮਰਫੀ। ਯੂਨਿਟ ਨੰਬਰ ਆਪਾਂ ਕਰਾਂਗੇ 76 ਦ 4 ਲਿਖਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਆਪਾਂ ਦ ਦਾ ਯੂਜ਼ ਇੱਕ ਸੈਂਟੈਂਸ ਦੇ ਵਿੱਚ ਕਿਵੇਂ ਕਰਦੇ ਆ ਉਸ ਦੇ ਨਾਲ ਰਿਲੇਟਡ ਜਿਹੜੀਆਂ ਯੂਨਿਟਸ ਨੇ ਉਹ ਆਪਾਂ ਕਰ ਚੁੱਕੇ ਆ। ਉਹ ਸਾਰੇ ਰੂਲਸ ਤੁਸੀਂ ਨੇ ਯਾਦ ਰੱਖਣੇ ਨੇ ਕਿ ਦ ਦਾ ਯੂਜ਼ ਆਪਾਂ ਕਿਸ ਤਰ੍ਹਾਂ ਕਿਸੇ ਸਪੈਸੀਫਿਕ ਚੀਜ਼ ਦੇ ਨਾਲ ਕਰਦੇ ਆ, ਹਨਾ, ਵਗੈਰਾ ਵਗੈਰਾ। ਉਹ ਸਾਰਾ ਕੁਝ ਤੁਸੀਂ ਨੇ ਜਿਹੜਾ ਯਾਦ ਰੱਖਣਾ ਰੂਲਸ। ਹੁਣ ਇਸ ਯੂਨਿਟ ਦੇ ਵਿੱਚ ਵੀ ਆਪਾਂ ਦ ਦੇ ਕੁਝ ਕੁ ਰੂਲਸ ਹੋਰ ਦੇਖਾਂਗੇ ਕਿ ਦ ਦਾ ਯੂਜ਼ ਆਪਾਂ ਇੱਕ ਸੈਂਟੈਂਸ ਦੇ ਵਿੱਚ ਹੋਰ ਵੀ ਕਿਸ ਤਰ੍ਹਾਂ ਕਰ ਸਕਦੇ ਆ, ਕਿਸ ਸ਼ਬਦ ਦੇ ਨਾਲ ਆਪਾਂ ਦ ਜਿਹੜਾ ਉਹ ਲਗਾ ਸਕਦੇ ਆ। ਉੱਪਰ ਬ੍ਰੈਕਟ ਦੇ ਵਿੱਚ ਜਿਸ ਤਰ੍ਹਾਂ ਕਿ ਇਹਨਾਂ ਨੇ ਆਪਾਂ ਨੂੰ ਦੱਸਿਆ ਵੀ ਹੈ ਦ ਜਿਰਾਫ, ਦ ਟੈਲੀਫੋਨ, ਦ ਪਿਆਨੋ ਐਕਸੈਟਰਾ, ਜਾਂ ਫਿਰ ਦ ਪਲੱਸ ਐਡਜੈਕਟਿਵ, ਇਹਨਾਂ ਦੇ ਨਾਲ ਦ ਦਾ ਯੂਜ਼ ਕਿਸ ਤਰ੍ਹਾਂ ਮਤਲਬ ਆਪਾਂ ਕਰਾਂਗੇ। ਦੇਖੋ, ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ 3-4 ਕੇ ਐਗਜ਼ਾਮਪਲਸ ਨੇ। ਸਭ ਤੋਂ ਪਹਿਲਾਂ ਸਟਾਰਟਿੰਗ ਦੇ ਵਿੱਚ ਹੀ ਐਗਜ਼ਾਮਪਲਸ ਪੜੋ। ਬਿਲਕੁਲ ਸਿੰਪਲ ਤੁਹਾਨੂੰ ਪੰਜਾਬੀ ਦੇ ਵਿੱਚ ਸਮਝਾਵਾਂਗਾ, ਬਿਲਕੁਲ ਟੈਨਸ਼ਨ ਲੈਣ ਦੀ ਜ਼ਰੂਰਤ ਨਹੀਂ, ਤੁਹਾਨੂੰ ਸਮਝ ਆਏਗਾ। ਜਿਸ ਤਰ੍ਹਾਂ ਦੇਖੋ, ਪਹਿਲੀ ਐਗਜ਼ਾਮਪਲ ਹੈ ਦ ਜਿਰਾਫ ਇਜ਼ ਦ ਟਾਲੈਸਟ ऑफ ऑल एनिमल्स। सारे ही जानवरों के विचों जिहड़ा जिराफ है वो सब तो ज़्यादा लंबा है, उच्चे कद दा है। अगली एग्जाम्पल, वैन वॉज द टैलीफोन इन्वेंटेड। जिहड़ा टैलीफोन है उसकी खोज कदों हुई सी। या फिर अगली एग्जाम्पल है द बाईसाइकिल इज़ एन एक्सीलेंट मीनस ऑफ ट्रांसपोर्ट। ट्रांसपोर्ट का सब तो वधिया जिहड़ा साधन है कहंदे वो मतलब कि साइकिल है। इस तरह द डॉलर इज द करंसी ऑफ यूनाइटेड स्टेट्स। जिहड़ा डॉलर है वो यूनाइटेड स्टेट्स की करंसी है। हुण तुसीं एक चीज़ देखो, पहला देखो नीचे पहला पढ़ो की लिखा है। इन दीज एग्जाम्पल्स, इन्हां सारियां एग्जाम्पल्स दे विच जिहड़ा द है, द लगाया आपां ने। जिस तरह जिराफ तो पहला द लगाया है, बाईसाइकिल तो पहला द लगाया है। जिहड़ा इत्थे द है देखो टॉलेस्ट तो पहला, ये तो आपां कर चुके रूल्स तां कि सुपरलेटिव डिग्री तो पहला आपां द दा यूज़ करदे हां। मेन है द जिराफ, जिराफ तो पहला द, बाईसाइकिल तो पहला द, टैलीफोन तो पहला द, ते डॉलर तो पहला द दा यूज़ लगाया। ये आपां द क्यों लगाया? एक तो आप देखो द लगाना जो आप किसी स्पैसीफिक, किसी खास, किसी एक चीज़ की गल करते होंगे, बट इत्थे आपां खास किसी स्पैसीफिक एक चीज़ की गल नहीं कर रहे, फिर भी आपां द दा यूज़ किया। क्यों किया? देखो, इन दीज एग्जाम्पल्स द डज नॉट मीन वन स्पैसीफिक थिंग। ਜਿਹੜੀਆਂ ਇਹ ਸਾਰੀਆਂ मतलब ਇੱਥੇ ਜਿੱਥੇ ਆਪਾਂ ਦ ਲਗਾਇਆ ਹੈ डजन नॉट मीन वन स्पैसीफिक थिंग। ਇਹਨਾਂ ਦਾ ਮਤਲਬ ਇਹ ਨਹੀਂ ਹੈਗਾ ਕਿ ਕਿਸੇ ਇੱਕ ਸਪੈਸੀਫਿਕ ਚੀਜ਼ ਦੀ ਆਪਾਂ ਗੱਲ ਕਰ ਰਹੇ ਹਾਂ, ਹੈ ਨਾ। ਦ ਜਿਰਾਫ, ਜਿਹੜਾ ਦ ਜਿਰਾਫ ਆਪਾਂ ਲਗਾਇਆ ਹੈ, ਅ ਸਪੈਸੀਫਿਕ ਟਾਈਪ ਆਫ ਐਨੀਮਲ। ਇਹ ਕੀ ਹੈ? ਇਹ ਸਪੈਸੀਫਿਕ ਟਾਈਪ ਆਫ ਐਨੀਮਲ ਹੈ, ਨॉट ਅ ਸਪੈਸੀਫਿਕ ਜਿਰਾਫ। ਕਹਿਣ ਦਾ ਮਤਲਬ ਕੀ ਹੈ कि आपां किसी एक स्पैसीफिक, किसी एक खास जिराफ की गल नहीं कर रहे कि आपां एक जिराफ देखिया आपां उस जिराफ नूं कह रहे हैं कि जिहड़ा ये जिराफ है ये सब तो ज़्यादा उच्चा है। नहीं, आपां जिन्ने भी वर्ल्ड दे विच जिराफ ने उन्हां दी गल कर रहे हैं। हुण देखो, पंजाबी दे विच समझो इत्थे आपां द दा यूज़ क्यों कीता है। आपां जदों भी मान लो किसी एक पूरी कैटेगरी की गल करिए, कैटेगरी कहने का मतलब कि ਆਪਾਂ ਹੁਣ ਜਿਰਾਫ ਦੀ ਗੱਲ ਕੀਤੀ ਹੈ ਕਿ ਜਿਰਾਫ ਸਾਰੇ ਜਾਨਵਰਾਂ ਨਾਲੋਂ ਉੱਚਾ ਜਾਨਵਰ ਹੈ, ਤਾਂ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਜਿਰਾਫ ਦੇਖਿਆ ਆਪਾਂ ਸਿਰਫ ਉਸ ਇੱਕ ਜਿਰਾਫ ਦੀ ਗੱਲ ਕਰ ਰਹੇ ਹਾਂ। ਨਹੀਂ, ਜਿਹੜਾ ਇੱਥੇ ਇਹ ਜਿਰਾਫ ਸ਼ਬਦ ਹੈ ਇਹ ਜਿਰਾਫ ਦੀ ਪੂਰੀ ਜਿਹੜੀ ਕੈਟੇਗਰੀ ਹੈ ਉਸ ਨੂੰ ਸੰਬੋਧਿਤ ਕਰ ਰਿਹਾ ਹੈ। ਹਾਲਾਂਕਿ ਇਹ ਸਿੰਗੂਲਰ ਹੈ, ਜਿਰਾਫਸ ਆਪਾਂ ਨਹੀਂ ਕਿਹਾ, ਆਪਾਂ ਕਿਹਾ ਜਿਰਾਫ, ਸਿਰਫ ਜਿਰਾਫ ਸਿੰਗੂਲਰ। ਬਟ ਫਿਰ ਵੀ ਇਹ ਜਿਹੜੀ ਸੈਂਸ ਹੈ ਇਸ ਦੀ ਪਲੂਰਲ ਹੈ ਕਿਉਂਕਿ ਆਪਾਂ ਪੂਰੀ ਕੈਟੇਗਰੀ ਦੀ ਗੱਲ ਕਰ ਰਹੇ ਹਾਂ। ਜਿਵੇਂ ਦੇਖੋ, ਇੱਕ ਪੰਜਾਬੀ ਦੇ ਵਿੱਚ ਸਿੰਪਲ ਜੀ ਕਹਾਵਤ ਹੈ, ਆਪਾਂ ਆਮ ਹੀ ਬੋਲਦੇ ਹੁੰਦੇ ਹਾਂ ਕਿ ਜਿਹੜਾ ਕੁੱਤਾ, ਹਾਂ, ਆਪਾਂ ਕੁੱਤਾ ਸ਼ਬਦ ਸਿੰਗੂਲਰ ਕਹਿੰਦੇ ਹਾਂ, ਕੁੱਤੇ ਨਹੀਂ ਕਹਿੰਦੇ, ਆਪਾਂ ਕਹਿੰਦੇ ਹਾਂ ਕੁੱਤਾ ਵਫਾਦਾਰ ਜਾਨਵਰ ਹੈ। देखो, नाम तो आप लिया सिर्फ कुत्ता सिंगुलर। ਇਹਦਾ मतलब ये तो नहीं कि आप सिर्फ एक कुत्ते की ही गल करते हैं, सिर्फ अपने कुत्ते की या अपने गवांढियों के कुत्ते की। हालांकि आप सिंगुलर कहने कि कुत्ता वफादार जानवर है। जो आप ये गल कहने कुत्ता वफादार जानवर है, ਇਹਦਾ मतलब आप पूरी जी कैटेगरी है कुत्तियां की आप उन्होंने संबोधित कर रहे हैं कि जिन्ने भी वर्ल्ड के कुत्ते ने वो सारे की ने वफादार ने। जो इस तरह आप किसी नाउन नूं, किसी नाउन के जरिए ਆਪਾਂ पूरी कैटेगरी ਨੂੰ ਸੰਬੋਧਿਤ ਕਰਦੇ ਹਾਂ, ਉੱਥੇ ਆਪਾਂ ਦ ਦਾ ਯੂਜ਼ ਕਰਦੇ ਹਾਂ। ਇਸੇ ਤਰ੍ਹਾਂ ਦੇਖੋ, ਇਹ ਹੈ ਵੈਨ ਵਾਜ਼ ਦ ਟੈਲੀਫੋਨ ਇਨਵੈਂਟਡ। ਜਿਹੜਾ ਟੈਲੀਫੋਨ ਹੈ ਉਸ ਦੀ ਖੋਜ ਕਦੋਂ ਹੋਈ ਸੀ। ਆਪਾਂ ਹੁਣ ਕਿਸੇ ਇੱਕ ਟੈਲੀਫੋਨ ਦੀ ਗੱਲ ਨਹੀਂ ਕਰ ਰਹੇ, ਆਪਾਂ ਸਾਰੇ ਹੀ ਟੈਲੀਫੋਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਹਿ ਰਹੇ ਹਾਂ ਕਿ ਜਿਹੜਾ ਇਹ ਟੈਲੀਫੋਨ ਹੈ ਇਸ ਦੀ ਖੋਜ ਕਿਸ ਨੇ ਕੀਤੀ ਸੀ। ਇਸੇ ਤਰ੍ਹਾਂ ਆਪਾਂ ਕਹਿੰਦੇ ਹਾਂ ਜਿਹੜਾ ਸਾਈਕਲ ਹੈ
ਉਹ ਟਰਾਂਸਪੋਰਟ ਦਾ ਬਹੁਤ ਵਧੀਆ ਸਾਧਨ ਹੈ। ਦੇਖੋ ਇੱਥੇ ਸਾਈਕਲ, ਬਾਈਸਾਈਕਲ ਸਿੰਗੂਲਰ ਹੈ, ਇਹਦਾ ਮਤਲਬ ਇਹ ਤਾਂ ਹੈ ਨਹੀਂ ਆਪਾਂ ਕਿਸੇ ਇੱਕ ਸਾਈਕਲ ਦੀ ਗੱਲ ਕਰ ਰਹੇ ਹਾਂ। ਜਿੰਨੇ ਵੀ ਦੁਨੀਆ ਦੇ ਵਿੱਚ ਸਾਈਕਲ ਨੇ ਆਪਾਂ ਸਾਰਿਆਂ ਦੀ ਗੱਲ ਕਰਦੇ ਹਾਂ। ਮਤਲਬ ਕਿ ਇੱਥੇ ਜਿਹੜਾ ਸਾਈਕਲ ਸ਼ਬਦ ਹੈ ਇਹ ਪੂਰੀ ਸਾਈਕਲ ਦੀ ਜਿਹੜੀ ਕੈਟਾਗਰੀ ਹੈ ਉਸ ਨੂੰ ਸੰਬੋਧਿਤ ਕਰ ਰਿਹਾ ਹੈ। ਇਸੇ ਤਰ੍ਹਾਂ ਡਾਲਰ, ਕਿ ਜਿਹੜਾ ਡਾਲਰ ਹੈ ਯੂਨਾਈਟਿਡ ਸਟੇਟਸ ਹੈ ਜਿਹੜਾ ਉਸ ਦੀ ਕਰੰਸੀ ਹੈ। ਹੁਣ $1 ਦੀ ਗੱਲ ਥੋੜੀ ਨਾ ਕਰ ਰਹੇ ਹਾਂ, ਹਾਲਾਂਕਿ ਸਿੰਗੂਲਰ ਹੈ। ਜਿੰਨੇ ਵੀ ਮਤਲਬ ਡਾਲਰ ਦੀ ਪੂਰੀ ਕੈਟਾਗਰੀ। ਆਈ ਹੋਪ ਕਿ ਤੁਹਾਨੂੰ ਸਮਝ ਆ ਗਈ। ਜਦੋਂ ਆਪਾਂ ਇਸ ਤਰ੍ਹਾਂ ਕਿਸੇ ਇੱਕ ਸ਼ਬਦ ਦੇ ਨਾਲ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰਦੇ ਹਾਂ ਤਾਂ ਉਸ ਤੋਂ ਪਹਿਲਾਂ ਆਪਾਂ ਦਾ ਯੂਜ਼ ਕਰਦੇ ਹਾਂ। ਆਈ ਹੋਪ ਕਿ ਤੁਹਾਨੂੰ ਸਮਝ ਆ ਗਈ ਹੋਵੇਗੀ ਇਹ ਚੀਜ਼, ਠੀਕ ਹੈ। ਕਿਸੇ ਨਾਟ ਅ ਸਪੈਸੀਫਿਕ ਜਿਰਾਫ, ਜਿਸ ਤਰ੍ਹਾਂ ਇੱਥੇ ਲਿਖਿਆ ਕਿ ਇੱਕ ਜਿਰਾਫ ਦੀ ਗੱਲ ਨਹੀਂ ਹੋ ਰਹੀ, ਪੂਰੀ ਕੈਟਾਗਰੀ ਦੀ ਗੱਲ ਹੋ ਰਹੀ ਹੈ। ਓਕੇ, ਇਹ ਚੀਜ਼ ਤੁਸੀਂ ਨੇ ਯਾਦ ਰੱਖਣੀ ਹੈ। ਉੱਥੇ ਆਪਾਂ ਦਾ ਯੂਜ਼ ਕਰਦੇ ਹਾਂ। ਅੱਗੇ ਪੜੋ। ਇਨ ਦ ਸੇਮ ਵੇ, ਇਸੇ ਤਰ੍ਹਾਂ ਇਨ ਦ ਸੇਮ ਵੇ ਵੀ ਯੂਜ਼ ਦ, ਅਸੀਂ ਦਾ ਯੂਜ਼ ਕਰਦੇ ਹਾਂ ਫॉर ਮਿਊਜ਼ੀਕਲ ਇੰਸਟਰੂਮੈਂਟ। ਇਹ ਵੀ ਗੱਲ ਇੱਕੋ ਹੀ ਹੈ। ਮਿਊਜ਼ੀਕਲ ਇੰਸਟਰੂਮੈਂਟ ਦੀ ਵੀ ਜਦੋਂ ਆਪਾਂ ਗੱਲ ਕਰਦੇ ਹਾਂ ਉੱਥੇ ਵੀ ਆਪਾਂ ਪੂਰੀ ਕੈਟਾਗਰੀ ਨੂੰ ਜਦੋਂ ਸੰਬੋਧਿਤ ਕਰਦੇ ਹਾਂ ਤਾਂ ਉੱਥੇ ਵੀ ਆਪਾਂ ਦਾ ਯੂਜ਼ ਕਰਾਂਗੇ। ਬਿਲਕੁਲ ਸਿੰਪਲ ਹੈ। ਜਿਸ ਤਰ੍ਹਾਂ ਦੇਖੋ ਆਪਾਂ ਕਿਸੇ ਨੂੰ ਪੁੱਛਦੇ ਹਾਂ ਕੈਨ ਯੂ ਪਲੇ ਦ ਗਿਟਾਰ, ਇੱਥੇ ਆਪਾਂ ਦ ਗਿਟਾਰ ਯੂਜ਼ ਕੀਤੀ ਹੈ, ਹਾਲਾਂਕਿ ਗਿਟਾਰ ਸਿੰਗੂਲਰ ਹੈ। ਆਪਾਂ ਇਸ ਦਾ ਮਤਲਬ ਕਿਸੇ ਤੋਂ ਇਹ ਥੋੜੀ ਪੁੱਛ ਰਹੇ ਹਾਂ ਕਿ ਤੂੰ ਗਿਟਾਰ ਪਲੇ ਕਰ ਲੈਣਾ। ਆਪਾਂ ਕਿਸੇ ਇੱਕ ਸਪੈਸੀਫਿਕ ਗਿਟਾਰ ਦੀ ਗੱਲ ਨਹੀਂ ਕਰ ਰਹੇ ਕਿ ਜਿਹੜੀ ਗਿਟਾਰ ਆਪਣੇ ਕੋਲ ਪਈ ਹੈ ਵੀ ਤੂੰ ਇਹ ਗਿਟਾਰ ਵਜਾ ਲੈਣਾ ਹੈ ਨਾ, ਵੀ ਦੂਸਰੀਆਂ ਦੀ ਗੱਲ ਨਹੀਂ ਕਰ ਰਹੇ। ਨਹੀਂ, ਗਿਟਾਰ ਕੋਈ ਵੀ ਹੋਵੇ ਆਪਾਂ ਸਿਰਫ ਉਸ ਤੋਂ ਗਿਟਾਰ ਪੁੱਛ ਰਹੇ ਹਾਂ ਵੀ ਤੈਨੂੰ ਗਿਟਾਰ ਵਜਾਉਣੀ ਆਉਂਦੀ ਹੈ। ਗਿਟਾਰ ਚਾਹੇ ਦੁਨੀਆ ਦੇ ਵਿੱਚ ਜਿਹੜੀ ਮਰਜ਼ੀ ਹੋਵੇ, ਆਪਾਂ ਤਾਂ ਸਿਰਫ ਇੱਕ ਕੈਟਾਗਰੀ ਦੀ ਗੱਲ ਕਰ ਰਹੇ ਹਾਂ ਗਿਟਾਰ ਦੀ। ਇਸੇ ਤਰ੍ਹਾਂ ਦ ਪਿਆਨੋ, ਦ ਲਗਾਇਆ ਆਪਾਂ ਨੇ। ਦ ਪਿਆਨੋ ਇਜ਼ ਮਾਈ ਫੇਵਰੇਟ ਇੰਸਟਰੂਮੈਂਟ, ਕਹਿੰਦਾ ਜਿਹੜਾ ਪਿਆਨੋ ਹੈ ਉਹ ਮੇਰਾ ਫੇਵਰੇਟ ਇੰਸਟਰੂਮੈਂਟ ਹੈ। ਹੁਣ ਪਿਆਨੋ ਕਿਸੇ ਇੱਕ ਪਿਆਨੋ ਦੀ ਗੱਲ ਨਹੀਂ ਕਰ ਰਿਹਾ ਕਿ ਜਿਹੜਾ ਮੇਰੇ ਘਰ ਪਿਆ ਮੇਰਾ ਉਹੀ ਫੇਵਰੇਟ ਹੈ। ਮਤਲਬ ਇਹ ਕਹਿ ਰਿਹਾ ਕਿ ਪਿਆਨੋ ਮੇਰਾ ਫੇਵਰੇਟ ਹੈ, ਵੀ ਜਿੰਨੇ ਵੀ ਦੁਨੀਆ ਦੇ ਵਿੱਚ ਜਿਹੜਾ ਮਰਜ਼ੀ ਪਿਆਨੋ ਹੋਵੇ, ਪਿਆਨੋ ਮੈਨੂੰ ਵਜਾਉਣਾ ਮਤਲਬ ਕਿ ਵਧੀਆ ਲੱਗਦਾ। ਤਾਂ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰ ਰਿਹਾ, ਤਾਂ ਕਰਕੇ ਇੱਥੇ ਆਪਾਂ ਦਾ ਯੂਜ਼ ਕੀਤਾ। ਦੇਖੋ ਕੰਪੇਅਰ ਕਰਕੇ ਦੇਖੋ, ਹੁਣ ਕੰਪੈਰੀਜ਼ਨ ਦੇ ਨਾਲ ਵੀ ਤੁਹਾਨੂੰ ਪਤਾ ਲੱਗੂਗਾ। ਦੇਖੋ ਜੇਕਰ ਆਪਾਂ ਐਂ ਕਹਿੰਦੇ ਆ ਕਿਸੇ ਨੂੰ, ਇੱਧਰ ਦੇਖੋ ਐਗਜ਼ਾਮਪਲ, ਆਈ ਵੁੱਡ ਲਾਈਕ ਟੂ ਹੈਵ ਅ ਪਿਆਨੋ। ਹੁਣ ਆਪਾਂ ਇੱਥੇ ਅ ਪਿਆਨੋ ਦਾ ਯੂਜ਼ ਕੀਤਾ, ਆਪਾਂ ਪਿਆਨੋ ਤੋਂ ਪਹਿਲਾਂ ਅ ਲਗਾਇਆ। ਕਿਉਂਕਿ ਆਪਾਂ ਇਹ ਗੱਲ ਕਹਿ ਰਹੇ ਹਾਂ ਕਿ ਆਈ ਵੁੱਡ ਲਾਈਕ ਟੂ ਹੈਵ ਅ ਪਿਆਨੋ, ਕਿ ਮੈਨੂੰ ਪਿਆਨੋ ਪਸੰਦ ਹੈ, ਮਤਲਬ ਮੈਂ ਪਿਆਨੋ ਲੈਣਾ ਚਾਹੁੰਦਾ। ਹੁਣ ਇਹ ਪਿਆਨੋ ਲੈਣ ਦੀ ਗੱਲ ਕਰ ਰਿਹਾ। ਹੁਣ ਇਹ ਇੱਕ ਸਪੈਸੀਫਿਕ ਪਿਆਨੋ ਦੀ ਗੱਲ ਕਰ ਰਿਹਾ ਕਿ ਮੈਂ ਪਿਆਨੋ ਖਰੀਦਣਾ ਚਾਹੁੰਦਾ, ਤਾਂ ਉਹ ਤਾਂ ਇੱਕ ਹੋ ਗਿਆ, ਇੱਕ ਪਰਸਨਲ ਹੋ ਗਿਆ ਇਹਦਾ, ਤਾਂ ਕਰਕੇ ਅ ਪਿਆਨੋ। ਔਰ ਅੱਗੇ ਕਹਿ ਰਿਹਾ ਆਈ ਕਾਂਟ ਪਲੇ ਦ ਪਿਆਨੋ। ਹੁਣ ਇੱਥੇ ਦ ਪਿਆਨੋ ਆਇਆ ਕਿਉਂਕਿ ਇਹ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰ ਰਿਹਾ ਕਿ ਮੈਂ ਪਿਆਨੋ ਨਹੀਂ ਵਜਾ ਸਕਦਾ। ਇਹਦਾ ਮਤਲਬ ਇਹ ਥੋੜੀ ਹੈ ਕਿ 10 ਪਿਆਨੋ ਪਏ ਨੇ, ਉਹਨਾਂ ਦੇ ਵਿੱਚੋਂ ਕੋਈ ਇੱਕ ਪਿਆਨੋ ਮੈਂ ਵਜਾ ਨਹੀਂ ਸਕਦਾ, ਦੂਸਰਾ ਮੈਂ ਵਜਾ ਲੂੰਗਾ। ਨਹੀਂ, ਪੂਰੀ ਕੈਟਾਗਰੀ ਨੂੰ ਸੰਬੋਧਿਤ ਕੀਤਾ ਜਾ ਰਿਹਾ, ਤਾਂ ਕਰਕੇ ਦ ਪਿਆਨੋ। ਇਸ ਤਰ੍ਹਾਂ ਦੇਖੋ ਆਈ ਸੌ ਅ ਜਿਰਾਫ ਇਨ ਦ ਜ਼ੂ, ਮੈਂ ਜੋ ਦੇ ਵਿੱਚ ਇੱਕ ਜਿਰਾਫ ਦੇਖਿਆ। ਹੁਣ ਦੇਖੋ ਅ ਜਿਰਾਫ ਲਗਾਇਆ, ਕਿਉਂਕਿ ਇੱਥੇ ਇਹ ਇੱਕ ਸਪੈਸੀਫਿਕ ਜਿਰਾਫ ਦੀ ਗੱਲ ਕਰ ਰਿਹਾ। ਜਿਹੜਾ ਇਹਨਾਂ ਨੇ ਅੱਖਾਂ ਨਾਲ ਦੇਖਿਆ ਸਿਰਫ ਉਸ ਜਿਰਾਫ ਦੀ ਗੱਲ ਹੋ ਰਹੀ ਹੈ ਕਿ ਮੈਂ ਇੱਕ ਜਿਰਾਫ ਦੇਖਿਆ ਜੋ ਦੇ ਵਿੱਚ। ਬਟ ਅੱਗੇ ਦੇਖੋ ਦ ਜਿਰਾਫ ਇਜ਼ ਮਾਈ ਫੇਵਰੇਟ ਐਨੀਮਲ। ਹੁਣ ਅੱਗੇ ਦ ਜਿਰਾਫ ਕਹਿ ਰਿਹਾ। ਹੁਣ ਇਹ ਜਿਰਾਫ ਦੀ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰ ਰਿਹਾ ਕਿ ਜਿਹੜਾ ਜਿਰਾਫ ਹੈ ਉਹ ਮੇਰਾ ਫੇਵਰੇਟ ਐਨੀਮਲ ਹੈ। ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਿਹੜਾ ਉਸਨੇ ਦੇਖਿਆ ਉਹੀ ਫੇਵਰੇਟ ਹੈ, ਨਹੀਂ, ਜਿੰਨੇ ਵੀ ਜਿਰਾਫ ਨੇ। ਆਈ ਹੋਪ ਕਿ ਬਹੁਤ ਦੇਖੋ ਡਿਟੇਲ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਇਹ ਚੀਜ਼ ਹੈ ਜਿਹੜੀ ਉਹ ਸਮਝ ਆ ਗਈ, ਠੀਕ ਹੈ। ਐਂਡ ਨੋਟ, ਇੱਕ ਚੀਜ਼ ਇਹ ਨੋਟ ਜ਼ਰੂਰ ਕਰਨੀ ਹੈ ਤੁਸੀਂ ਨੇ, ਵੀ ਯੂਜ਼ ਮੈਨ ਜਦੋਂ ਆਪਾਂ ਹਿਊਮਨ ਬੀਇੰਗ ਇਨ ਜਨਰਲ, ਜਦੋਂ ਆਪਾਂ ਹਿਊਮਨ ਬੀਇੰਗ ਨੂੰ ਜਨਰਲੀ ਆਪਾਂ ਸ਼ੋ ਕਰਦੇ ਹਾਂ ਤਾਂ ਆਪਾਂ ਵਿਦਆਊਟ ਦ ਯੂਜ਼ ਕਰਦੇ ਹਾਂ। ਮੈਨ ਤੋਂ ਪਹਿਲਾਂ ਆਪਾਂ ਦਾ ਯੂਜ਼ ਨਹੀਂ ਕਰਦੇ, ਔਰ ਮੈਨ ਤੋਂ ਪਹਿਲਾਂ ਆਪਾਂ ਦਾ ਯੂਜ਼ ਸਿਰਫ ਉਦੋਂ ਹੀ ਕਰਦੇ ਹਾਂ ਜਿਹੜਾ ਕਿ ਮੈਂ ਤੁਹਾਨੂੰ ਪਿਛਲੀ ਯੂਨਿਟ ਦੇ ਵਿੱਚ ਮਤਲਬ ਦੱਸ ਕੇ ਹਟਿਆ ਵੀ ਜੇਕਰ ਪਹਿਲਾਂ ਤੋਂ ਜਾਣਕਾਰੀ ਹੋਵੇ, ਸਪੈਸੀਫਿਕ ਕੋਈ ਬੰਦਾ ਹੋਵੇ ਤਾਂ ਉੱਥੇ ਆਪਾਂ ਦ ਮੈਨ ਯੂਜ਼ ਕਰਾਂਗੇ। ਜੇਕਰ ਆਪਾਂ ਮੈਨ ਸ਼ਬਦ ਨੂੰ ਇੱਕ ਪੂਰੀ ਕੈਟਾਗਰੀ ਹੈ ਜਿਹੜੀ ਹਿਊਮਨ ਬੀਇੰਗ ਦੀ ਉਹਦੇ ਨਾਲ ਸੰਬੋਧਿਤ ਕਰ ਰਹੇ ਹਾਂ ਇਹਨਾਂ ਵਾਂਗੂ, ਤਾਂ ਉੱਥੇ ਆਪਾਂ ਦਾ ਯੂਜ਼ ਨਹੀਂ ਕਰਾਂਗੇ। ਆਪਾਂ ਸਿਰਫ ਕਹਾਂਗੇ ਵਾਟ ਡੂ ਯੂ ਨੋ, ਤੁਸੀਂ ਕੀ ਜਾਣਦੇ ਹੋ, ਵਾਟ ਡੂ ਯੂ ਨੋ ਅਬਾਊਟ ਦ ਆਰਗਨਸ ਆਫ ਮੈਨ। ਇੱਥੇ ਜਿਹੜਾ ਮੈਨ ਹੈ ਉਸਦੀ ਪੂਰੀ ਕੈਟਾਗਰੀ ਨੂੰ ਸ਼ੋ ਕੀਤਾ ਜਾ ਰਿਹਾ ਹੈ। ਤਾਂ ਜਦੋਂ ਆਪਾਂ ਮੈਨ ਸ਼ਬਦ ਦੇ ਨਾਲ ਪੂਰੀ ਕੈਟਾਗਰੀ ਨੂੰ ਸ਼ੋ ਕਰਦੇ ਹਾਂ, ਮੈਨ ਦੀ ਨੂੰ, ਹਿਊਮਨ ਬੀਇੰਗ ਦੀ ਨੂੰ, ਤਾਂ ਉਸ ਤੋਂ ਪਹਿਲਾਂ ਆਪਾਂ ਦਾ ਯੂਜ਼ ਨਹੀਂ ਕਰਦੇ, ਬਾਕੀਆਂ ਨਾਲ ਕਰਦੇ ਹਾਂ, ਠੀਕ ਹੈ। ਦ ਮੈਨ ਨਹੀਂ ਆਏਗਾ, ਗਲਤ। ਜੇ ਦ ਮੈਨ ਆਏਗਾ ਤਾਂ ਇਹਦਾ ਮਤਲਬ ਕੋਈ ਸਪੈਸੀਫਿਕ ਮੈਨ ਦੀ ਗੱਲ ਹੋ ਰਹੀ ਹੈ। ਇੱਕ ਇਹ ਚੀਜ਼ ਤੁਸੀਂ ਨੇ ਜ਼ਰੂਰ ਯਾਦ ਰੱਖਣੀ ਹੈ, ਈਜ਼ੀ ਹੈ। ਚਲੋ ਇਹ ਹੋ ਗਈ ਪਹਿਲੀ ਗੱਲ। ਦੂਸਰਾ ਦ ਪਲੱਸ ਐਡਜੈਕਟਿਵ ਦੀ ਗੱਲ ਕਰਦੇ ਹਾਂ। ਇਹ ਪਹਿਲੀ ਚੀਜ਼ ਤਾਂ ਹੋ ਗਈ ਕਿ ਆਪਾਂ ਜਦੋਂ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰਦੇ ਹਾਂ। ਹੁਣ ਦ ਪਲੱਸ ਐਡਜੈਕਟਿਵ ਦਾ ਆਪਾਂ ਯੂਜ਼ ਕਦੋਂ ਕਰਦੇ ਹਾਂ? ਵੀ ਯੂਜ਼ ਦ ਪਲੱਸ ਐਡਜੈਕਟਿਵ ਵਿਦਆਊਟ ਅ ਨਾਉਨ, ਬਿਨਾਂ ਨਾਉਨ ਤੋਂ,
ਵੀ ਮਤਲਬ ਅੱਗੇ ਕੋਈ ਨਾਮ ਨਹੀਂ ਹੁੰਦਾ, ਸਿਰਫ ਦ ਪਲੱਸ ਐਡਜੈਕਟਿਵ। ਟੂ ਟਾਕ ਅਬਾਊਟ ਅ ਗਰੁੱਪ ਆਫ ਪੀਪਲ, ਸੇਮ ਚੀਜ਼ ਜਦੋਂ ਆਪਾਂ ਗਰੁੱਪ ਆਫ ਪੀਪਲ ਇੱਕ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰਦੇ ਹਾਂ ਦ ਤੋਂ ਬਾਅਦ ਐਡਜੈਕਟਿਵ ਲਗਾ ਕੇ, ਤਾਂ ਉਦੋਂ ਵੀ ਆਪਾਂ ਇਸ ਦਾ ਯੂਜ਼ ਕਰਦੇ ਹਾਂ, ਦ ਪਲੱਸ ਐਡਜੈਕਟਿਵ ਦਾ ਯੂਜ਼ ਕਰਦੇ ਹਾਂ। ਜਿਸ ਤਰ੍ਹਾਂ ਦੇਖੋ ਦ ਯੰਗ, ਦ ਰਿਚ, ਦ ਸਿਕ, ਦ ਇੰਜਰਡ, ਦ ਓਲਡ, ਦ ਪੂਅਰ, ਦ ਡਿਸੇਬਲਡ, ਡਿਸੇਬਲਡ ਹੁੰਦਾ ਹੈ ਮਤਲਬ ਕਿ ਜਿਹੜੇ ਥੋੜੇ ਅਪਾਹਜ ਹੁੰਦੇ ਨੇ, ਦ ਡੈਡ ਜਿਹੜੇ ਮਰੇ ਹੋਏ, ਦ ਇਲਡਰਲੀ ਜਿਹੜੇ ਮਤਲਬ ਵੱਡੇ ਹੋਣ ਉਮਰ ਦੇ ਵਿੱਚ, ਦ ਹੋਮਲੈਸ ਜਿਹੜੇ ਬੇਘਰ ਹੋਣ, ਦ ਅਨਇੰਪਲੋਇਡ ਜਿਹੜੇ ਬੇਘਰ ਹੋਣ, ਅਨਇੰਪਲੋਇਡ ਮਤਲਬ ਸੌਰੀ ਜਿਹੜੇ ਬੇਰੁਜ਼ਗਾਰ ਹੋਣ। ਹੁਣ ਦੇਖੋ ਆਪਾਂ ਇਹਨਾਂ ਤੋਂ ਬਾਅਦ ਨਾਉਨ ਦਾ ਯੂਜ਼ ਨਹੀਂ ਕਰਾਂਗੇ, ਜੇਕਰ ਸਿਰਫ ਆਪਾਂ ਇਕੱਲੇ ਇਹਨਾਂ ਦਾ ਹੀ ਯੂਜ਼ ਕਰਾਂਗੇ ਦ ਰਿਚ, ਤਾਂ ਦ ਰਿਚ ਦਾ ਮਤਲਬ ਹੈ ਕਿ ਜਿੰਨੇ ਵੀ ਦੁਨੀਆ ਦੇ ਵਿੱਚ ਅਮੀਰ ਆਦਮੀ ਨੇ, ਠੀਕ ਹੈ, ਅਮੀਰ ਆਦਮੀ ਨੇ ਜਿਹੜੇ, ਸਿਰਫ ਉਹਨਾਂ ਲੋਕਾਂ ਦੀ ਗੱਲ ਹੋ ਰਹੀ ਹੈ ਦ ਰਿਚ। ਹੁਣ ਜੇਕਰ ਅੱਗੇ ਆਪਾਂ ਲਗਾ ਦਾਂਗੇ, ਹੁਣ ਦ ਆ ਗਿਆ, ਇਹ ਐਡਜੈਕਟਿਵ ਆ ਗਿਆ, ਜੇਕਰ ਅੱਗੇ ਆਪਾਂ ਨਾਉਨ ਲਗਾ ਦਾਂਗੇ ਦ ਰਿਚ ਮੈਨ, ਤਾਂ ਇਹਦਾ ਮਤਲਬ ਕਿਸੇ ਇੱਕ ਆਦਮੀ ਦੀ ਗੱਲ ਹੋ ਰਹੀ ਹੈ, ਕਿਸੇ ਸਪੈਸੀਫਿਕ ਕਿਸੇ ਖਾਸ ਇੱਕ ਆਦਮੀ ਦੀ ਗੱਲ ਹੋ ਰਹੀ ਹੈ। ਜੇਕਰ ਸਿਰਫ ਲਗਾਵਾਂਗੇ ਕੱਲਾ ਦ ਰਿਚ, ਤਾਂ ਇਹਦਾ ਮਤਲਬ ਜਿੰਨੇ ਵੀ ਅਮੀਰ ਆਦਮੀ ਨੇ। ਇਸੇ ਤਰ੍ਹਾਂ ਦੇਖੋ ਦ ਸਿਕ, ਜਿੰਨੇ ਵੀ ਬਿਮਾਰ ਆਦਮੀ ਨੇ। ਜਾਂ ਆਪਾਂ ਕਹਿ ਦਾਂਗੇ ਦ ਇੰਜਰਡ, ਜ਼ਖਮੀ ਹੋਇਆ ਹੋਇਆ, ਤਾਂ ਇਹਦਾ ਮਤਲਬ ਜ਼ਖਮੀ ਹੋਇਆ ਹੈ ਨਹੀਂ, ਇਹਦਾ ਮਤਲਬ ਹੈਗਾ ਦ ਇੰਜਰਡ ਕਿ ਜਿੰਨੇ ਵੀ ਲੋਕ ਜ਼ਖਮੀ ਨੇ। ਜੇਕਰ ਆਪਾਂ ਕਹਿ ਦਾਂਗੇ ਦ ਇੰਜਰਡ ਮੈਨ ਜਾਂ ਫਿਰ ਦ ਇੰਜਰਡ ਬॉय, ਇਹਦਾ ਮਤਲਬ ਫਿਰ ਉਹ ਇੱਕ ਜਣਾ ਹੋ ਗਿਆ। ਸਮਝ ਆ ਗਈ? ਹੁਣ ਜੇਕਰ ਮੂਹਰੇ ਇਹਨਾਂ ਦੇ ਅ ਵੀ ਲਗਾਵਾਂਗੇ, ਅ ਰਿਚ, ਤਾਂ ਕੱਲਾ ਅ ਰਿਚ ਵੀ ਨਹੀਂ ਲੱਗੇਗਾ, ਤਾਂ ਅੱਗੇ ਇਹਦਾ ਕੋਈ ਨਾ ਕੋਈ ਨਾਉਨ ਆਏਗਾ, ਅ ਰਿਚ ਮੈਨ ਜਾਂ ਫਿਰ ਅ ਯੰਗ ਮੈਨ। ਇਸੇ ਤਰ੍ਹਾਂ ਅ ਇੰਜਰਡ ਬॉय ਜਾਂ ਫਿਰ ਅ ਓਲਡ ਮੈਨ, ਸੌਰੀ ਐਨ, ਇੱਥੇ ਵੀ ਐਨ ਆਏਗਾ, ਸੌਰੀ ਮੈਂ ਅ ਕਹਿ ਗਿਆ, ਐਨ ਇੰਜਰਡ ਬॉय, ਐਨ ਇੰਜਰਡ, ਐਨ ਓਲਡ ਮੈਨ। ਆਈ ਹੋਪ ਕਿ ਤੁਸੀਂ ਸਮਝ ਰਹੇ ਹੋ। ਤਾਂ ਨਾਲ ਇਹਨਾਂ ਦੇ ਕੋਈ ਨਾ ਕੋਈ ਨਾਉਨ ਆਏਗਾ। ਜੇਕਰ ਕੱਲਾ ਦ ਤੋਂ ਬਾਅਦ ਕੱਲਾ ਐਡਜੈਕਟਿਵ ਹੈ, ਤਾਂ ਇਹਦਾ ਮਤਲਬ ਪੂਰੀ ਕੈਟੇਗਰੀ ਨੂੰ ਸੰਬੋਧਿਤ ਕਰ ਰਿਹਾ ਹੈ। ਜਿਸ ਤਰ੍ਹਾਂ ਦੇਖੋ ਦ ਯੰਗ ਦਾ ਮਤਲਬ ਹੈ ਯੰਗ ਪੀਪਲ, ਵੀ ਜਿੰਨੇ ਵੀ ਯੰਗ ਪੀਪਲ ਨੇ। ਦ ਰਿਚ ਦਾ ਮਤਲਬ ਹੈ ਰਿਚ ਪੀਪਲ, ਅਮੀਰ ਲੋਕ। ਦ ਅਨਇੰਪਲੋਇਡ ਮਤਲਬ ਅਨਇੰਪਲੋਇਡ ਪੀਪਲ। ਐਗਜ਼ਾਮਪਲ ਦੇਖੋ, ਡੂ ਯੂ ਥਿੰਕ ਦ ਰਿਚ ਸ਼ੁੱਡ ਪੇ ਹਾਇਰ ਟੈਕਸਸ, ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੇ ਰਿਚ ਲੋਕ ਨੇ, ਜਿਹੜੇ ਅਮੀਰ ਲੋਕ ਨੇ, ਉਹਨਾਂ ਨੂੰ ਟੈਕਸ ਜਿਹੜਾ ਵੱਧ ਦੇਣਾ ਚਾਹੀਦਾ ਹੈ। ਦ ਰਿਚ ਦਾ ਮਤਲਬ ਕਿ ਜਿਹੜੇ ਅਮੀਰ ਲੋਕ ਨੇ, ਸਾਰੇ ਜਿੰਨੇ ਵੀ ਅਮੀਰ ਲੋਕ ਨੇ ਉਹਨਾਂ ਦੀ ਗੱਲ ਹੋ ਰਹੀ ਹੈ। ਦੇਖੋ ਵੀ ਨੀਡ ਟੂ ਡੂ ਮੋਰ, ਸਾਨੂੰ ਹੋਰ ਵੀ ਕੁਝ ਕਰਨਾ ਚਾਹੀਦਾ, ਟੂ ਹੈਲਪ ਮਦਦ ਕਰਨ ਦੇ ਲਈ, ਦ ਪੂਅਰ ਗਰੀਬਾਂ ਦੀ ਮਦਦ ਕਰਨ ਦੇ ਲਈ। ਹੁਣ ਦ ਪੂਅਰ ਕੋਈ ਇੱਕ ਬੰਦੇ ਦੀ ਗੱਲ ਨਹੀਂ ਹੋ ਰਹੀ, ਮਤਲਬ ਕਿ ਗਰੀਬਾਂ ਦੀ ਮਦਦ ਕਰਨ ਦੇ ਲਈ। ਜੇਕਰ ਅੱਗੇ ਲਾ ਦਾਂਗੇ ਦ ਪੂਅਰ ਮੈਨ, ਜੇ ਇੱਥੇ ਮੈਨ ਲੱਗ ਗਿਆ ਤਾਂ ਇਹਦਾ ਮਤਲਬ ਕਿਸੇ ਇੱਕ ਬੰਦੇ ਦੀ ਗੱਲ ਹੋ ਰਹੀ ਹੈ, ਕਿਸੇ ਖਾਸ ਬੰਦੇ ਦੀ, ਵੀ ਜਿਸ ਦੀ ਪਹਿਲਾਂ ਗੱਲ ਚੱਲ ਰਹੀ ਸੀ। ਤਾਂ ਕਰਕੇ ਜੇ ਮੈਨ ਆਪਾਂ ਨੇ ਗਾਇਬ ਕਰਤਾ, ਤਾਂ ਦ ਪੂਅਰ ਮਤਲਬ ਕਿ ਇੱਕ ਪੂਰੀ ਕੈਟਾਗਰੀ, ਜਿੰਨੇ ਵੀ ਗਰੀਬ ਲੋਕ ਨੇ ਉਹਨਾਂ ਦੀ। ਆਈ ਹੋਪ ਕਿ ਤੁਹਾਨੂੰ ਇਹ ਗੱਲ ਸਮਝ ਆ ਗਈ। ਅੱਗੇ ਪੜ੍ਹੋ ਕੀ ਲਿਖਿਆ, ਦ ਯੰਗ, ਦ ਰਿਚ, ਦ ਪੂਅਰ ਐਕਸੈਟਰਾ, ਜਿੰਨੇ ਵੀ ਲਿਖੇ ਹੋਏ ਨੇ ਆਰ ਪਲਿਊਰਲ, ਇਹ ਸਾਰੇ ਪਲਿਊਰਲ ਨੇ। ਜਿਸ ਤਰ੍ਹਾਂ ਮੈਂ ਦੱਸ ਚੁੱਕਿਆ ਕਿ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰਦੇ ਨੇ। ਇਨ ਮੀਨਿੰਗ, ਫॉर एग्जांपल ਯੂ ਕੈਨ ਨਾਟ ਸੇ ਅ ਯੰਗ, ਇਹ ਮੈਂ ਤੁਹਾਨੂੰ ਕਹਿ ਦਿੱਤਾ। ਤੁਸੀਂ ਅ ਯੰਗ ਕੱਲਾ ਨਹੀਂ ਕਹਿ ਸਕਦੇ ਜੇ ਸਿੰਗੂਲਰ ਦੀ ਗੱਲ ਕਰਦੇ ਹੋ। ਅ ਯੰਗ ਨਹੀਂ, ਅ ਯੰਗ ਬॉय ਕਹਿਣਾ ਪਊਗਾ, ਅ ਯੰਗ ਮੈਨ ਕਹਿਣਾ ਪਊਗਾ। ਜਾਂ ਫਿਰ ਦ ਯੰਗ ਨਹੀਂ ਕਹਿ ਸਕਦੇ, ਦ ਯੰਗ ਬॉय, ਦ ਯੰਗ ਮੈਨ, ਅੱਗੇ ਕੋਈ ਨਾ ਕੋਈ ਨਾਮ ਹੈ ਜਿਹੜਾ ਉਹ ਲਗਾਉਣਾ ਪਊਗਾ। ਜੇ ਕੱਲਾ ਦ ਯੰਗ ਕਹਿੰਦੇ ਹੋ ਤਾਂ ਫਿਰ ਉਹ ਜਿੰਨੇ ਵੀ ਯੰਗ ਨੇ ਇੱਕ ਪੂਰੀ ਕੈਟਾਗਰੀ ਨੂੰ ਸੰਬੋਧਿਤ ਹੋ ਗਿਆ। ਓਕੇ, ਫॉर वन पर्सन मतलब एक पर्सन ਲਈ ਨਹੀਂ ਕਹਿ ਸਕਦੇ। ਯੂ ਮਸਟ ਸੇ, ਦੇਖੋ ਅ ਯੰਗ ਪਰਸਨ ਕਹਿਣਾ ਪਊਗਾ ਤੁਹਾਨੂੰ, ਅ ਯੰਗ ਨਹੀਂ ਇਕੱਲਾ ਕਹਿ ਸਕਦੇ, ਜਾਂ ਫਿਰ ਦ ਯੰਗ ਪਰਸਨ ਕਹਿਣਾ ਪਊ। ਜੇ ਇਕੱਲਾ ਦ ਯੰਗ ਕਹਿਤਾ ਤਾਂ ਇਹਦਾ ਮਤਲਬ ਇੱਕ ਤੋਂ ਜ਼ਿਆਦਾ ਜਣੇ ਜਿੰਨੇ ਵੀ ਯੰਗ ਲੋਕ ਨੇ। ਦ ਇੰਜਰਡ ਵੂਮਨ, ਇਸੇ ਤਰ੍ਹਾਂ ਦ ਇੰਜਰਡ ਵੂਮਨ, ਜਾਂ ਫਿਰ ਜੇ ਇਕੱਲੀ ਵੂਮਨ ਮਟੇ ਦੀਏ ਤਾਂ ਦ ਇੰਜਰਡ, ਜਿੰਨੇ ਵੀ ਜ਼ਖਮੀ ਨੇ ਐਕਸੈਟਰਾ। ਅਗਲੀ ਨੋਟ, ਇੱਕ ਗੱਲ ਨੋਟ ਕਰਨੀ ਹੈ, ਵੀ ਸੇ ਦ ਪੂਅਰ नॉट द पूअर्स। हाँ, ये चीज़ याद रखनी है, ये तो बिल्कुल सिंपल है। जिवें आ ने सारे देखो द रिच है, तो पूरी कैटेगरी ਨੂੰ ਸੰਬੋਧਿਤ ਕਰ ਰਿਹਾ ਹੈ। ਇਹਦਾ ਮਤਲਬ ਇਹ ਆਪਣੇ ਆਪ 'ਚ ਪਲੂਰਲ ਹੈ, ਇਸ ਦੇ ਨਾਲ ਅੱਗੇ ਇਸ ਨੂੰ ਪਲੂਰਲ ਬਣਾਉਣ ਦੀ ਜ਼ਰੂਰਤ ਨਹੀਂ ਹੈ। ਆਪਾਂ ਦ ਰਿਚਸ ਲਿਖਣ ਦੀ ਲੋੜ ਨਹੀਂ ਹੈ ਇੱਥੇ। ਇਸ ਤਰ੍ਹਾਂ ਆਪਾਂ ਨਹੀਂ ਕਰਾਂਗੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਜਿਵੇਂ ਬਾਈਸਾਈਕਲ ਹੈ, ਬਾਈਸਾਈਕਲਸ, ਅੱਗੇ ਪਲੂਰਲ ਬਣਾਉਣ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਇਹ ਚੀਜ਼ ਤੁਸੀਂ ਨੇ ਯਾਦ ਰੱਖਣੀ ਹੈ। ਸੋ ਇਹ ਜਿਹੜੇ ਦੋ ਰੂਲਸ ਨੇ ਦ ਦੇ ਨਾਲ ਰਿਲੇਟਡ, ਇਹ ਤੁਸੀਂ ਨੇ ਯਾਦ ਰੱਖਣੇ ਨੇ। ਇੱਕ ਹੋਰ ਹੈ ਬਿਲਕੁਲ ਸਿੰਪਲ ਜਿਹਾ, ਉਹ ਜਦੋਂ ਆਪਾਂ ਐਕਸਰਸਾਈਜ਼ ਕਰਾਂਗੇ ਤੁਹਾਨੂੰ ਉਦੋਂ ਦੱਸਾਂਗੇ। ਸੋ ਇਹ ਜਿਹੜੇ ਦੋਨੋਂ ਹੀ ਰੂਲਸ ਨੇ
डिटेल ਦੇ ਵਿੱਚ ਦੇਖੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਵੀਡੀਓ ਬੇਸ਼ੱਕ ਲੰਬੀ ਬਣ ਜਾਂਦੀ ਹੈ ਬਟ ਤੁਹਾਨੂੰ ਸਮਝਾਉਣਾ ਬਹੁਤ ਜ਼ਰੂਰੀ ਹੈ, ਤਾਂ ਕਰਕੇ ਥੋੜਾ ਜਿਹਾ ਡਿਟੇਲ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਕਰਕੇ ਹੀ ਤੁਸੀਂ ਜਿਹੜੀ ਆਪਣੀਆਂ ਵੀਡੀਓਜ਼ ਨੇ ਉਸ ਨੂੰ ਲਾਈਕ ਕਰਦੇ ਹੋ। ਆਈ ਹੋਪ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਸੋ ਇਹ ਸਾਰੇ ਜਿਹੜੇ ਰੂਲਸ ਨੇ ਇਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਲਿਖ ਕੇ ਰੱਖਣੇ ਨੇ। ਐਂਡ ਅੱਗੇ ਹੁਣ ਆਪਣੀ ਇਸ ਯੂਨਿਟ ਦੀ ਜਿਹੜੀ ਐਕਸਰਸਾਈਜ਼ ਹੈ ਦੇਖੋ ਉਹ ਆਪਾਂ ਕਰਦੇ ਹਾਂ। ਆਪਾਂ ਸਭ ਤੋਂ ਪਹਿਲਾਂ ਦੇਖੋ ਸੈਕੰਡ ਐਕਸਰਸਾਈਜ਼ ਕਰਾਂਗੇ, ਫਸਟ ਛੱਡ ਸਕਦੇ ਹੋ, ਸੈਕੰਡ ਦੇਖੋ। ਇਸ ਦੇ ਵਿੱਚ ਕੀ ਕਰਨਾ ਹੈ, ਪੁੱਟ ਇਨ ਦ ਔਰ ਅ। ਇਹ ਆਪਾਂ ਨੂੰ ਜਿਹੜੇ ਸੈਂਟੈਂਸ ਨੇ ਦਿੱਤੇ ਗਏ ਨੇ, ਬਲੈਂਕਸ ਨੇ, ਇਹਨਾਂ ਦੇ ਵਿੱਚ ਜਾਂ ਤਾਂ ਦ ਦਾ ਯੂਜ਼ ਹੋਏਗਾ ਜਾਂ ਫਿਰ ਅ ਦਾ। ਉਹ ਆਪਾਂ ਕਦੋਂ ਕਰਨਾ ਹੈ, ਉਹ ਜਿਹੜੇ ਰੂਲਸ ਤੁਹਾਨੂੰ ਮੈਂ ਸਮਝਾਏ ਸੀਗੇ। ਜੇਕਰ ਕਿਸੇ ਇੱਕ ਸਪੈਸੀਫਿਕ ਚੀਜ਼ ਦੀ ਗੱਲ ਹੋ ਰਹੀ ਹੈ ਫਿਰ ਤਾਂ ਅ ਦਾ ਯੂਜ਼ ਕਰਾਂਗੇ। ਜੇਕਰ ਕਿਸੇ ਸਪੈਸੀਫਿਕ ਕੈਟਾਗਰੀ ਦੀ ਗੱਲ ਹੋ ਰਹੀ ਹੈ ਫਿਰ ਆਪਾਂ ਦ ਦਾ ਯੂਜ਼ ਕਰਾਂਗੇ। ਜਿਸ ਤਰ੍ਹਾਂ ਦੇਖੋ ਦ ਪਲੱਸ ਨਾउन, ਅ ਸਪੈਸੀਫਿਕ ਟਾਈਪ ਆਫ ਐਨੀਮਲ, ਇੰਸਟਰੂਮੈਂਟ ਜਾਂ ਕੁਝ ਵੀ, ਮਤਲਬ ਕਿ ਇੱਕ ਪੂਰੀ ਕੈਟਾਗਰੀ ਦੀ ਗੱਲ ਹੋ ਰਹੀ ਹੈ ਫਿਰ ਆਪਾਂ ਦ ਦਾ ਯੂਜ਼ ਕਰਾਂਗੇ। ਬਿਲਕੁਲ ਹੀ ਈਜ਼ੀ ਹੈ। ਦੇਖੋ ਸਟਾਰਟ ਕਰਦੇ ਹਾਂ। ਪਹਿਲਾ ਦੇਖੋ, ਵੈਨ ਵਾਜ਼ ਡੈਸ਼ ਟੈਲੀਫੋਨ ਇਨਵੈਂਟਡ। ਜਿਹੜਾ ਟੈਲੀਫੋਨ ਹੈ ਉਸ ਦੀ ਕਾਢ ਆ ਜਿਹੜੀ ਕਦੋਂ ਕੱਢੀ ਗਈ ਸੀ, ਉਸ ਦੀ ਖੋਜ ਆ ਜਿਹੜੀ ਕਦੋਂ ਹੋਈ ਸੀ। ਹੁਣ ਇਹ ਟੈਲੀਫੋਨ ਦੀ ਦੇਖੋ ਪੂਰੀ ਕੈਟਾਗਰੀ ਦੀ ਗੱਲ ਹੋ ਰਹੀ ਹੈ, ਕਿਸੇ ਇੱਕ ਸਪੈਸੀਫਿਕ ਟੈਲੀਫੋਨ ਦੀ ਗੱਲ ਨਹੀਂ ਹੋ ਰਹੀ, ਪੂਰੀ ਕੈਟਾਗਰੀ ਦੀ, ਤਾਂ ਕਰਕੇ ਇੱਥੇ ਆਪਾਂ ਦ ਦਾ ਜਿਹੜਾ ਯੂਜ਼ ਹੈ ਉਹ ਆਪਾਂ ਕਰਾਂਗੇ। ਇਸੇ ਤਰ੍ਹਾਂ ਅਗਲਾ ਦੇਖੋ, ਕੈਨ ਯੂ ਪਲੇ ਡੈਸ਼ ਮਿਊਜ਼ੀਕਲ ਇੰਸਟਰੂਮੈਂਟ। ਕੀ ਤੁਸੀਂ ਮਿਊਜ਼ੀਕਲ ਇੰਸਟਰੂਮੈਂਟ ਵਜਾ ਲੈਂਦੇ ਹੋ। ਇੱਕ ਗੱਲ ਇੱਥੇ ਹੋਰ ਧਿਆਨ ਦੇਣੀ ਹੈ, ਕਈ ਬੱਚੇ ਇੱਥੇ ਸੋਚਣਗੇ ਕਿ ਮਿਊਜ਼ੀਕਲ ਇੰਸਟਰੂਮੈਂਟ ਦੀ ਗੱਲ ਹੋ ਰਹੀ ਹੈ ਪੂਰੀ ਕੈਟਾਗਰੀ ਦੀ। ਇੱਥੇ ਪੂਰੀ ਕੈਟਾਗਰੀ ਨਹੀਂ ਹੈਗੀ। ਮਿਊਜ਼ੀਕਲ ਇੰਸਟਰੂਮੈਂਟ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ। ਇਹ ਸਿਰਫ ਇੱਥੇ ਇਹ ਗੱਲ ਕਰ ਰਿਹਾ ਹੈ ਕਿ ਤੁਸੀਂ ਮਿਊਜ਼ੀਕਲ ਇੰਸਟਰੂਮੈਂਟ ਵਜਾ ਲੈਂਦੇ ਹੋ ਕਿ ਕੋਈ ਇੱਕ ਸਾਜ਼। ਜੇ ਦੇਖੋ ਇੱਥੇ ਹੁੰਦਾ ਕੈਨ ਯੂ ਪਲੇ ਗਿਟਾਰ, ਕੱਲਾ ਗਿਟਾਰ ਹੁੰਦਾ, ਫਿਰ ਉਹ ਗਿਟਾਰ ਦੀ ਇੱਕ ਪੂਰੀ ਕੈਟਾਗਰੀ ਆ ਗਈ, ਫਿਰ ਆਪਾਂ ਦ ਦਾ ਯੂਜ਼ ਕਰਦੇ। ਦੇਖੋ ਦੁਬਾਰਾ ਪੜੋ ਇਸ ਨੂੰ, ਇੱਥੇ ਕੀ ਲਿਖਿਆ, ਅ ਸਪੈਸੀਫਿਕ ਟਾਈਪ ਆਫ ਐਨੀਮਲ ਜਾਂ ਫਿਰ ਅ ਸਪੈਸੀਫਿਕ ਟਾਈਪ ਆਫ ਇੰਸਟਰੂਮੈਂਟ। ਇੱਕ ਖਾਸ ਕਿਸਮ ਦਾ ਇੰਸਟਰੂਮੈਂਟ ਜਦੋਂ ਉਸ ਦੀ ਗੱਲ ਕਰ ਰਹੇ ਹੋਏ, ਆਪਾਂ ਉਸ ਦੀ ਕੈਟਾਗਰੀ ਦੀ ਗੱਲ ਕਰ ਰਹੇ ਹੋਈਏ, ਫਿਰ ਆਪਾਂ ਦ ਦਾ ਯੂਜ਼ ਕਰਨਾ। ਇੱਥੇ ਅ ਮਿਊਜ਼ੀਕਲ ਇੰਸਟਰੂਮੈਂਟ ਆਏਗਾ। ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਗਿਟਾਰ ਇਜ਼ ਅ ਮਿਊਜ਼ੀਕਲ ਇੰਸਟਰੂਮੈਂਟ, ਬਿਲਕੁਲ ਈਜ਼ੀ ਹੈ ਨਾ, ਗਿਟਾਰ ਇਜ਼ ਅ ਮਿਊਜ਼ੀਕਲ ਇੰਸਟਰੂਮੈਂਟ, ਤਾਂ ਕਰਕੇ ਇੱਥੇ ਆਪਾਂ ਕਹਾਂਗੇ ਕੈਨ ਯੂ ਪਲੇ ਅ ਮਿਊਜ਼ੀਕਲ ਇੰਸਟਰੂਮੈਂਟ। ਬਟ ਅਗਲਾ ਦੇਖੋ ਜੈਸਿਕਾ ਪਲੇਜ਼, ਹੈ ਨਾ, ਜੈਸਿਕਾ ਪਲੇਜ਼ ਡੈਸ਼, ਅੱਗੇ ਕੀ ਹੈ, ਜੈਸਿਕਾ ਪਲੇਜ਼ ਵਾਇਲਿਨ। ਜੈਸਿਕਾ ਵਾਇਲਿਨ ਵਜਾਉਂਦੀ ਹੈ ਇਨ ਐਨ ਆਰਕੈਸਟਰਾ। ਜਿਹੜੀ ਜੈਸਿਕਾ ਹੈ ਉਹ ਆਰਕੈਸਟਰਾ ਦੇ ਵਿੱਚ ਵਾਇਓਲਿਨ ਵਜਾਉਂਦੀ ਹੈ। ਹੁਣ ਇੱਥੇ ਗੱਲ ਹੋ ਰਹੀ ਹੈ ਵਾਇਓਲਿਨ ਦੀ, ਇੱਥੇ ਆ ਗਈ ਅ ਸਪੈਸੀਫਿਕ ਟਾਈਪ ਆਫ ਇੰਸਟਰੂਮੈਂਟ। ਹੁਣ ਇੱਥੇ ਕਿਸੇ ਇੱਕ ਵਾਇਓਲਿਨ ਦੀ ਗੱਲ ਨਹੀਂ ਹੋ ਰਹੀ ਕਿ ਜੈਸਿਕਾ ਸਿਰਫ ਇੱਕ ਹੀ ਵਾਇਓਲਿਨ ਵਜਾਉਂਦੀ ਹੈ, ਮਤਲਬ ਕਿ ਇੱਥੇ ਵਾਇਓਲਿਨ ਦੀ ਕੈਟਾਗਰੀ ਨੂੰ ਸੰਬੋਧਿਤ ਕੀਤਾ ਗਿਆ ਹੈ ਕਿ ਜਿਹੜੀ ਜੈਸਿਕਾ ਹੈ, ਮਤਲਬ ਕਿ ਅਲੱਗ-ਅਲੱਗ ਬੰਦੇ ਨੇ ਜਿਹੜੇ ਉਹ ਆਪਣਾ ਅਲੱਗ-ਅਲੱਗ ਇੰਸਟਰੂਮੈਂਟ ਵਜਾਉਂਦੇ ਨੇ। ਕੋਈ ਹਾਰਮੋਨੀਅਮ ਵਜਾਉਂਦਾ, ਕੋਈ ਗਿਟਾਰ ਵਜਾਉਂਦਾ, ਕੋਈ ਵਾਇਓਲਿਨ ਵਜਾਉਂਦਾ। ਇਹ ਇੱਕ ਪੂਰੀ ਕੈਟਾਗਰੀ ਨੂੰ ਸੰਬੋਧਿਤ ਕੀਤਾ ਗਿਆ, ਤਾਂ ਕਰਕੇ ਇੱਥੇ ਆਪਾਂ ਦ ਦਾ ਯੂਜ਼ ਕਰਾਂਗੇ, ਦ ਵਾਇਓਲਿਨ। ਚੌਥਾ ਦੇਖੋ, ਦੇਅਰ ਵਾਜ਼ ਡੈਸ਼ ਆ ਗਿਆ, ਪਿਆਨੋ। ਦੇਖੋ ਇੱਥੇ ਨੂੰ ਪਿਆਨੋ ਆ ਗਿਆ, ਇਕੱਲੇ ਪਿਆਨੋ ਨੂੰ ਦੇਖ ਕੇ ਹੀ ਆਪਾਂ ਨੇ ਦ ਦਾ ਯੂਜ਼ ਨਹੀਂ ਕਰਨਾ। ਅੱਗੇ ਪੜ੍ਹੋ ਕੀ ਕਹਿੰਦੇ ਨੇ, ਦੇਅਰ ਵਾਜ਼ ਡੈਸ਼ ਪਿਆਨੋ ਇਨ ਦ ਕਾਰਨਰ ਆਫ ਦ ਰੂਮ। ਦੇਖੋ ਆਹ ਚੀਜ਼ ਮੇਨ, ਇੱਥੇ ਸਪੈਸੀਫਿਕ ਪਿਆਨੋ ਦੀ ਗੱਲ ਹੋ ਰਹੀ ਹੈ, ਸਿਰਫ ਉਸ ਪਿਆਨੋ ਦੀ ਗੱਲ ਹੋ ਰਹੀ ਹੈ ਕਿ ਜਿਹੜਾ ਇਨ ਦਾ ਕਾਰਨਰ ਆਫ ਦਾ ਰੂਮ, ਜਿਹੜਾ ਰੂਮ ਦੇ ਕਾਰਨਰ ਦੇ ਵਿੱਚ ਪਿਆ ਉਹ ਪਿਆਨੋ, ਉਸ ਪਿਆਨੋ। ਇਹ ਤਾਂ ਇੱਕ ਪਿਆਨੋ ਹੋ ਗਿਆ, ਸਿਰਫ ਸਪੈਸੀਫਿਕ ਪੂਰੀ ਕੈਟਾਗਰੀ ਦੀ ਗੱਲ ਨਹੀਂ ਹੋ ਰਹੀ, ਸਿਰਫ ਇੱਕ ਪਿਆਨੋ ਦੀ, ਤਾਂ ਕਰਕੇ ਆਪਾਂ ਇੱਥੇ ਅ ਪਿਆਨੋ ਲਿਖਾਂਗੇ। ਪੰਜਵਾਂ, ਕੈਨ ਯੂ ਪਲੇ ਡੈਸ਼ ਪਿਆਨੋ। ਇਹ ਤਾਂ ਬਿਲਕੁਲ ਈਜ਼ੀ ਹੈ ਕਿ ਤੁਸੀਂ ਪਿਆਨੋ ਵਜਾ ਸਕਦੇ ਹੋ, ਪੂਰੀ ਕੈਟਾਗਰੀ ਦੀ ਗੱਲ ਹੋ ਰਹੀ ਹੈ, ਤਾਂ ਕਰਕੇ ਦ ਪਿਆਨੋ। ਛੇਵਾਂ, ਔਰ ਸੁਸਾਇਟੀ, ਜਿਹੜੀ ਸਾਡੀ ਸੁਸਾਇਟੀ ਹੈ ਇਜ਼ ਬੇਸਡ, ਉਹ ਕਿਸ ਚੀਜ਼ ਦੇ ਉੱਪਰ ਬੇਸਡ ਹੁੰਦੀ ਹੈ, ਔਨ ਡੈਸ਼ ਫੈਮਿਲੀ, ਉਹ ਫੈਮਿਲੀ ਦੇ ਉੱਪਰ ਬੇਸਡ ਹੁੰਦੀ ਹੈ। ਮਤਲਬ ਕਿ ਕਿਸੇ ਇੱਕ ਫੈਮਿਲੀ ਦੇ ਇੱਥੇ ਗੱਲ ਨਹੀਂ ਹੋ ਰਹੀ, ਸੁਸਾਇਟੀ ਦੀ ਗੱਲ ਹੋ ਰਹੀ ਹੈ ਵੀ ਜਿਹੜੀ ਸੁਸਾਇਟੀ ਹੈ ਫੈਮਿਲੀ ਤੇ ਬੇਸਡ ਹੁੰਦੀ ਹੈ। ਸਾਰੇ ਘਰਾਂ ਦੀਆਂ ਜਿੰਨੀਆਂ ਵੀ ਫੈਮਿਲੀਜ਼ ਨੇ ਉਹਨਾਂ ਦੀ ਗੱਲ ਹੋ ਰਹੀ ਹੈ, ਪਰ ਦੇਖੋ ਸਿੰਗੂਲਰ ਹੈ ਫੈਮਿਲੀ, ਮਤਲਬ ਕਿ ਪੂਰੀ ਕੈਟਾਗਰੀ ਨੂੰ ਸੰਬੋਧਿਤ ਕਰ ਰਹੇ ਹੈ ਫੈਮਿਲੀ ਦੀ ਨੂੰ, ਤਾਂ ਕਰਕੇ ਇੱਥੇ ਦ ਆਏਗਾ। ਬਟ ਅਗਲਾ ਦੇਖੋ, ਮਾਰਟਿਨ ਕਮਸ ਫਰੋਮ ਡੈਸ਼ ਲਾਰਜ ਫੈਮਿਲੀ। ਜਿਹੜਾ ਮਾਰਟਿਨ ਹੈ ਉਹ ਇੱਕ ਲਾਰਜ ਫੈਮਿਲੀ ਨਾਲ ਬਿਲੋਂਗ ਕਰਦਾ। ਹੁਣ ਇੱਥੇ ਜਿਹੜੀ ਇਹ ਫੈਮਿਲੀ ਹੈ ਇਹ ਇਕੱਲੀ ਮਾਰਟਿਨ ਦੀ ਫੈਮਿਲੀ ਦੀ ਗੱਲ ਹੋ ਰਹੀ ਹੈ, ਸਾਰੀਆਂ ਫੈਮਿਲੀ ਦੀਆਂ ਨਹੀਂ, ਤਾਂ ਕਰਕੇ ਇੱਥੇ ਅ ਆਏਗਾ, ਅ ਲਾਰਜ ਫੈਮਿਲੀ। ਅੱਠਵਾਂ, ਡੈਸ਼ ਕੰਪਿਊਟਰ ਹੈਜ਼ ਚੇਂਜਡ ਦ ਵੇ ਵੀ ਲਿਵ, ਵੀ ਅਸੀਂ ਸਾਡੇ ਜਿਉਣ ਦਾ ਜਿਹੜਾ ਤਰੀਕਾ ਹੈ ਉਹ ਕੰਪਿਊਟਰ ਨੇ ਬਦਲਤਾ। ਹੁਣ ਕਿਸੇ ਇੱਕ ਕੰਪਿਊਟਰ ਨੇ ਨਹੀਂ ਬਦਲਿਆ, ਇਹ ਕੰਪਿਊਟਰ ਦੀ ਸਾਰੀ ਕੈਟਾਗਰੀ ਦੀ ਗੱਲ ਹੋ ਰਹੀ ਹੈ, ਤਾਂ ਕਰਕੇ ਇੱਥੇ ਦ ਦਾ ਯੂਜ਼ ਆਏਗਾ।
देखो बिल्कुल ही ईजी है, पढ़ के उसकी सेंस समझो, पंजाबी समझो। जेकर तुहानूं उसकी एक बार पंजाबी समझ आ गई, ईजिली तुसीं समझ जाओगे कि सिर्फ एक स्पैसीफिक चीज़ की गल हो रही है या फिर पूरी कैटेगरी की गल हो रही है। सो ये सी अपनी इस यूनिट की अपनी एक्सरसाइज सैकेंड। एंड अगे अपनी इस यूनिट की अगली जी एक्सरसाइज है, देखो वो आप देखते हैं, बिल्कुल ईजी है, इस तरह की आप अक्सर करते रहने हैं। देखो कंप्लीट दीज सेंटेंसिस, ये जेडे सेंटेंसिस ने ब्लैंक्स छड्डे गए ने, इन्हों कंप्लीट करो यूजिंग द प्लस द फॉलोइंग्स। एक गल तो देखो ईजी है, सारिਆਂ ਦੇ ਨਾਲ द ही यूज करना है और ये फॉलोइंग्स ने जेडे इन्हों यूज करना है, जिस तरह द इंजर्ड, द पुअर, द रिच, मतलब एक कैटेगरी ਨੂੰ संबोधित करते हैं। बट अगे आपने सिर्फ ये देखना है सेंटेंस पढ़ के उसकी सेंस के मुताबिक कि किस सेंटेंस के विच इन्हां दे विचों किहड़ा आएगा, उस दे नाल द लगा देना है। जिस तरह फर्स्ट देखो, पहला आपां डैश जिहड़ी ब्लैंक छड्डी गई है, अगे की कहा है हैव द फ्यूचर इन देयर हैंड्स, अपने हत्थ विच फ्यूचर हुंदा है। हुण अपने हत्थ विच फ्यूचर इन्हां दे विचों किस दा होएगा, आपां ये कहांगे जख्मियां दा अपने हत्थ विच फ्यूचर हुंदा है, गरीबां दा अपने हत्थ च फ्यूचर हुंदा है, अमीरां दा अपने हत्थ च फ्यूचर हुंदा है, बिमारां दा है ना, बेरोजगारां दा अपने हत्थ च फ्यूचर हुंदा है। देखो यंग जिहड़े यंग हुंदे ने उन्हां दा फ्यूचर अपने हत्थ च हुंदा है, तां करके इत्थे आएगा द यंग। जिहड़े यंग हुंदे ने नौजवान, उन्हां दे हत्थ च फ्यूचर हुंदा है ना, बिल्कुल ईजी है, तां इत्थे यंग आ गया। अगला देखो एंबूलेंसिस अराइव्ड, जिहड़ी एंबूलेंसिस ने वो पहुंच गईयां एट द सीन ऑफ द एक्सीडेंट, जिथे एक्सीडेंट होया सीगा, एंड टुक टू हॉस्पिटल। हुण देखो हस्पताल दे विच किस नूं लैके जाएगी एंबूलेंस, एक्सीडेंट होया, एक्सीडेंट दे विच लोकां नूं की हुंदा, लोग जख्मी हुंदे ने ना, तां इंजर्ड्स ने जिहड़े इंजर्ड हो गए उन्हां नूं लैके जाएगी, तां करके इत्थे द इंजर्ड ने जिहड़े उन्हां नूं लैके, सिंगुलर आएगा, इंजर्ड्स नहीं आएगा। मेरे ख्याल है मेरे तो इंजर्ड्स कहा गया, कोई गल नहीं, हो जाता इंजर्ड आएगा, ये प्लूरल ही हो गया। तीसरा लाइफ इज ऑल राइट, जिहड़ी जिंदगी है ऑल राइट है। इफ यू हैव अ जॉब, जेकर तुहाडे लवे जॉब है तां, बट थिंग्स आर नॉट सो ईजी, पर जिहड़ी चीज़ां ने आसान नहीं हुंदियां, फॉर किन्ना दे लई आसान नहीं हुंदियां। पहली गल देखो जॉब दी आ रही है, पर जिहड़ी चीज़ां ने आसान क्यों नहीं हुंदियां, जेकर तुसीं देखो बिल्कुल ईजी है। ये थोड़ी कहांगे आपां भी जिन्हां दे कोल जॉब है तां जिंदगी आसान है, जेकर तुसीं बीमार हो तां जिंदगी ये तुक नहीं ना बनी इहदे नाल। तां जॉब की गल हो रही है, जॉब का जिहड़ा उल्टा तुहानूं पता है अनएम्पलॉयड होएगा, अनएम्पलॉयड दे नहीं ये चीज़ां जिहड़ियां आसान नहीं हैगियां, द अनएम्पलॉयड, जिहड़े अनएम्पलॉयड हुंदे ने उन्हां लई चीज़ां आसान नहीं हैगियां। चौथा हैलन हैज़ बीन अ नर्स ऑल हर लाइफ, अपनी सारी जिंदगी जी हैलन है वो नर्स रही है। शी हैज़ स्पेंट हर लाइफ केयरिंग फॉर, हुण जी नर्स है तो केयर किन्ना दी करती हुंदी है, उपरलियां चो जेकर देखिए, देखो सिक बीमारां दी करूँ ना, तां करके द सिक, बिल्कुल ईजी। अगला देखो लास्ट रह गया वैसे अपने कोल, ठीक है, इत्थे अपना पहले च आ गया द यंग हो गया अपना, ठीक है, उस तो बाद द इंजर्ड हो गया, द अनएम्पलॉयड हो गया, उस तो बाद द सिक हो गया, ठीक है। अपने कोल दो रह गए पुअर एंड रिच, और अपने कोल इस दे विच दो ब्लैंक्स ने। आप सिर्फ ये देखना है किस ब्लैंक दे विच किहड़ा आएगा। देखो इन इंग्लैंड देयर इज एन ओल्ड स्टोरी, इंग्लैंड दे विच एक ओल्ड स्टोरी है, वैसे सच्ची घटना है, अबाउट अ मैन कॉल्ड रॉबिन हुड। रॉबिन हुड की यह स्टोरी है, फिल्म भी बनी हुई है इसके उपर। इट इज सैड दैट ही रॉब्ड, ये गल कही जाती है कि वह लुटदा है, रॉब्ड हुंदा रॉबरी करनी, कि वह लुट करदा है, एंड गेव द मनी टू, अते पैसे दे दिंदा है। हुण पहली गल आपां ये देखनी है कि पैसे किस तो लुट के किस नूं दिंदा सीगा। हुण देखो जेकर आपां उरे कर दईए पुअर, इत्थे कर दईए रिच, तो इसदा मतलब हो गया वो गरीबां तो पैसे लुटदा है ते अमीरां नूं दे दिंदा है। ये कोई तुक नहीं बनी, नहीं, इत्थे आएगा द रिच, अमीरां तो पैसे ने जिहड़े ओह लुटदा सीगा, ते द पुअर गरीबां नूं दे दिंदा सीगा, इस तरह आएगा। बिल्कुल ईजी है। वैसे मैं तुहानूं हर बार ये गल कहना कि जिहड़े इस तरह के हुंदे ने भी उपरों आपां ने लैके शब्द लैके आउणे ने, पेपर दे विच ये भी थोड़े जिहे रेयर ही आउंदे ने। जिहड़ी इस तो पहलां आपां कीती एक्सरसाइज वो तुसीं चंगी तरह याद रखनी है। सो ये सी अपनी इस यूनिट की अपनी एक्सरसाइज थर्ड। एंड हुण अपनी इस यूनिट की लास्ट एक्सरसाइज, ये जिहड़ी एक्सरसाइज है सिर्फ नॉलेज के लिए है। एग्जाम्स दे विच इस तरह के जिहड़े सेंटेंसिस ने बहुत घट आउंदे ने, सिर्फ नॉलेज के लिए मैं पहलां तो हल कर दित्ती है। बट करना इस दे विच की चीज़ है, देखो वट डू यू कॉल द पीपल ऑफ दीज कंट्रीज, मतलब कि चीज़ ये दसी गई है इस एक्सरसाइज दे विच
कि जेकर कोई बंदा मान लो किसी कंट्री का है, आप हिसाब लाइए मान लो इंडिया का है, जेकर वो कल्ला बंदा है उसनूं उसकी नैशनैलिटी के नाल पुकारिया जाए तो आप की कहांगे, आप की कहने हुन्ने आ इंडियन। जेकर इंडिया का आप कहने इंडियन, और जेकर एक तो ज़्यादा बंदे ने तो आप कहने इंडियंस, तो प्लूरल लाने आ। पर कई जिहड़ी कंट्रीज़ हुंदे ने उन्हां दे नाल की हुंदा है, इस तरह नहीं हुंदा। उन्हां दे नाल जदों आपां प्लूरल फॉर्म दे विच उन्हां नूं बुलाउने आ तां उदों उन्हां दे अगे द लगाउणा पैंदा है, जां उन्हां दे जिहड़े मीनिंग ने थोड़े डिफरेंट हुंदे ने, जिहड़े मतलब कि वर्ड मीनिंग ने थोड़े डिफरेंट हुंदे ने। देखो करना की है, द नैशनैलिटी अपने करना की है, यू कैन यूज द प्लस नैशनैलिटी एडजेक्टिव्स दैट एंड्स इन CH और SH। ਜਿਹੜੇ भी शब्द CH ਅਤੇ SH ਤੋਂ एंड ਹੁੰਦੇ ਨੇ ਉਹਨਾਂ ਦੇ ਨਾਲ ਆਪਾਂ द ਦਾ ਯੂਜ਼ ਕਰਦੇ ਹਾਂ ਜਦੋਂ ਮਤਲਬ ਕਿ ਪਲੂਰਲ ਫਾਰਮ ਦੇ ਵਿੱਚ ਉਹਨਾਂ ਨੂੰ ਬੁਲਾਉਣਾ ਹੋਵੇ। ਜਿਸ ਤਰ੍ਹਾਂ द फ्रेंच ਦਾ ਮਤਲਬ ਹੈ ਕਿ ਇੱਕ ਤੋਂ ਜ਼ਿਆਦਾ ਫ੍ਰੈਂਚ ਦੇ ਲੋਕ, ਫਰਾਂਸ ਦੇ ਲੋਕ, ਹੈ ਨਾ। ਇਸੇ ਤਰ੍ਹਾਂ द इंग्लिश मतलब कि इंग्लैंड ਦੇ ਲੋਕ। द स्पैनिश मतलब कि स्पेन ਜਿਹੜਾ ਆਪਣਾ ਕੰਟਰੀ ਹੈ ਉਸ ਦੇ ਲੋਕ। इन्हां दे नाल आपां द दा यूज़ करते हैं। द मीनिंग इज़ द पीपल ऑफ दैट कंट्री। इन्हां दा मीनिंग हुंदा कि उस कंट्री दे लोग, पीपल। जिस तरह देखो द फ्रेंच आर फेमस फॉर देयर फूड, मतलब कि द पीपल ऑफ फ्रेंच मतलब कि फ्रांस दे लोग। इसे तरह द फ्रेंच, द इंग्लिश एक्सैट्रा आर प्लूरल इन मीनिंग। वी डू नॉट से अ फ्रेंच, असीं इन्हां नूं अ फ्रेंच नहीं कहांगे, कल्ला अ फ्रेंच या एन इंग्लिश नहीं कहांगे। जेकर इन्हां दा सिंगुलर यूज करना होवे तां आपां एन इंग्लिश मैन या फिर एन इंग्लिश विमेन लगाउणा पेगा। इस तरह अ फ्रेंच मैन या फिर अ फ्रेंच विमेन, इन्हां दे नाल मतलब कि इस तरह मैन या विमेन लगाना पेगा। ये गल तुसीं याद रखनी है। यू हैव टू से, देखो अ फ्रेंच मैन या फिर अ फ्रेंच विमेन, एन इंग्लिश मैन या फिर एन इंग्लिश विमेन। लास्ट वी ऑल्सो यूज, वैसे तो इन्होंने रूल्स बहुत ने, मैं मेन तो सिर्फ एक दो दसे ने बस। जिन्हों के एंड से CH ते SH हो याद रखियो, उन्होंने आप द यूज़ करते हैं। और जो इन्हों सिंगुलर यूज़ करना सिर्फ एक बंदे लिए तो आप अ फ्रेंच नहीं कला लाना, अ फ्रेंच मैन या फिर अ फ्रेंच विमेन, इस तरह यूज़ करना। और अगला वी ऑल्सो यूज द प्लस नैशनैलिटी वर्ड एंडिंग इन ESE। जेकर किसी का अंत ESE ते हुंदा होवे फिर भी आप द यूज़ करते हैं, जिवें द चाइनीज़, द सनीज़, द जैपनीज़, है ना। तो इस तरह यूज़ करते हैं। दीज वर्ड्स कैन ऑल्सो भी सिंगुलर, ये शब्द सिंगुलर भी हो सकते हैं, इन्हां दे नाल मैन विमेन लगाउण दी जरूरत नहीं, जिहड़े ESE तो एंड हुंदे ने। जिस तरह कि अ चाइनीज़ लिख सकते हैं, जे द चाइनीज़ लिखता प्लूरल, जे अ चाइनीज़ तो सिंगुलर, अ जैपनीज़ ठीक है तो सिंगुलर, द जैपनीज़ तो प्लूरल। बस दो चीज़ां याद रखियो मेरे हिसाब नाल, तां सिर्फ नॉलेज के लिए है। एक तो जिन्हां दा अंत CH ते SH तो हुंदा है उन्हां दे नाल आपां द यूज़ करते हैं प्लूरल के लिए, और जेकर सिंगुलर करना है तो नाल मैन या विमेन लगाना पेगा। और दूसरा ESE, इन्हां नाल द भी लगा सकते हैं, प्लूरल के लिए भी सेम है, और सिंगुलर का अ या एन लगाओ तो उत्थे तुसीं यही सेम जिहड़ा शब्द है वो लगा सकते हो। जिद्दां कि देखो पहलां तो लिखे ने कैनेडा, जेकर कोई कैनेडा का बंदा होवे, एक परसन होवे, एक बंदा, तो आपां अ कैनेडियन सिंपल लिख सकते हैं। और प्लूरल इसे शब्द का प्लूरल बन जाएगा कैनेडियंस, तो इस दे अगे द लगाने की जरूरत नहीं, कैनेडियंस कोई होर मतलब अलग नहीं होंदा। इस तरह जर्मनी है तो जर्मन का कोई एक बंदा आप कहेंगे अ यर्मन, और जेकर प्लूरल एक तो वध ने यर्मनस, इस तरह प्लूरल हो जाएगा। बट फ्रांस का देखो, फ्रांस का जेकर एक बंदा कोई अ फ्रेंचमैन या फिर अ फ्रेंच विमेन, इस तरह बोलना पेगा। और प्लूरल इसका द फ्रेंच, प्लूरल इसका है द फ्रेंच। देखो जी चीज़ मैं तुम्हें समझाई है। रशिया जेकर अ रशियन, और प्लूरल सेम यही हो जाएगा रशियंस। इस तरह चाइना का देखो ESE आ गया सेम, अ चाइनीज़, इस तरह लिख सकते हैं अ लगा के चाइनीज़, और यही शब्द प्लूरल बनाना है, इस दे द लगा दो द चाइनीज़। इस तो गया ब्राज़ील का अ ब्राज़ीलियन, है ना, और प्लूरल है ब्राज़ीलियंस, इसे दा प्लूरल बन जाएगा। इंग्लिश का सेम वही चीज़, ऊपर आ गया CH ते SH वाला, एन इंग्लिश मैन, एन इंग्लिश विमेन, और प्लूरल द इंग्लिश। अगे अपनी कंट्री, ये कहते तुहाडी कंट्री जिहड़ी मर्जी आप इंडिया ले लै, एन इंडियन एक बंदा,
ਇੰਡੀਅਨਸ ਇੱਕ ਤੋਂ ਜ਼ਿਆਦਾ, ਸਿਰਫ ਇਹੀ ਚੀਜ਼ ਹੈ ਬਸ, ਇਹ ਸਿਰਫ ਤੁਸੀਂ ਨੇ ਨੌਲੇਜ ਦੇ ਲਈ ਯਾਦ ਰੱਖਣਾ ਹੈ। ਸੋ ਇਹ ਸੀ ਆਪਣੀ ਯੂਨਿਟ ਨੰਬਰ 76। ਆਈ ਹੋਪ ਕਿ ਤੁਹਾਨੂੰ ਯੂਨਿਟ ਜਿਹੜੀ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਸੋ ਜੇਕਰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰੋ, ਔਰ ਜੇਕਰ ਤੁਸੀਂ ਚੈਨਲ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਹੀਂ ਭੁੱਲਣਾ। ਸੋ ਮਿਲਦੇ ਹਾਂ ਅਗਲੀ ਵੀਡੀਓ ਲੈ ਕੇ, ਉਦੋਂ ਤੱਕ ਦਿਓ ਇਜਾਜ਼ਤ। ਥੈਂਕ ਯੂ ਸੋ ਮਚ।